ਭਤੀਜੀ ਸੀ ਜਿਹਦੀ ਡੈਥ ਹੋਈ ਹੈ, ਮਾਰੀ ਗਈ, ਕਤਲ ਹੋਇਆ ਵਾ। ਤੇ ਇਹ ਉਦੋਂ ਦੀ ਜਿਹੜੀ ਸਾਡੇ ਬੱਚਿਆਂ ਨੂੰ ਇੰਨੀ ਕੁੱਟਮਾਰ ਕਰਦੀ ਸੀ ਕਿ ਬੇਤਹਾਸ਼ਾ ਕੁੱਟਮਾਰ ਕਰਦੀ ਸੀ। ਸਾਡੇ ਬੱਚੇ ਸਾਨੂੰ ਇਹਨੇ ਆਉਣਾ ਜਾਣਾ ਇੱਥੇ ਇਸ ਘਰ 'ਚ ਬੰਦ ਕਰਤਾ। ਜਦ ਕਿ ਜਦੋਂ ਮੇਰੀ ਭਰਜਾਈ ਦੀ ਡੈਥ ਹੋਈ ਸੀ ਉਦੋਂ ਪੂਰਾ 9 ਮਹੀਨੇ 10 ਮਹੀਨੇ ਇੱਥੇ ਮੈਂ ਬੈਠੀ ਬੱਚੇ ਸਾਂਭਦੀ ਰਹੀ ਸੀ। ਆਪ ਸਾਰਾ ਆ ਨਗਰ ਖੜਾ, ਸਭ ਨੂੰ ਪਤਾ ਕਿ ਮੈਂ ਇੱਥੇ ਬੱਚੇ ਕਿੱਦਾਂ ਸਾਂਭੇ ਆਪਣੇ ਭਤੀਜੀਆਂ। ਇਹ ਜਨਾਨੀ ਜਦੋਂ ਦੀ ਆਈ ਇਹਨੇ ਮੇਰਾ ਆਉਣਾ ਜਾਣਾ, ਮੇਰੀ ਵੱਡੀ ਭਰਜਾਈ ਭਰਾ ਸਾਰਿਆਂ ਦਾ ਸਾਡਾ ਆਉਣਾ ਜਾਣਾ ਇੱਧਰਲਾ ਬੰਦ ਕਰਤਾ ਵੀ ਕਿ ਇਹ ਘਰੇ ਆਉਣਗੇ ਤਾਂ ਫਿਰ ਸਾਰੀ ਗੱਲ ਲੀਕ ਆਊਟ ਹੋਊਗੀ ਵੀ ਮੈਂ ਇੱਥੇ ਆਪਣਾ ਹੀ ਜਾਣੀ ਕਿ ਡੈਂਕਾ ਵਜਾਵਾਂ। ਉੱਥੇ ਜਿੱਦਾਂ ਕੰਨੋਂ ਫੜ ਕੇ ਲਵਾਰਸ ਬੱਚਾ ਕਿਸੇ ਆਸ਼ਰਮ 'ਚ ਛੱਡ ਦਈਦਾ ਨਾ, ਇਦਾਂ ਇਹਨਾਂ ਨੇ ਉਹ ਛੱਡ ਦਿੱਤੀ। ਬਾਅਦ ਵਿੱਚ ਇਹ ਕੁੜੀ ਕੁੱਟ ਮਾਰ ਕੇ ਉੱਥੇ ਉਹਦੇ ਕੋਲ ਵੱਡੀ ਕੋ ਜਿੱਥੇ ਵਿਆਹੀ ਉਹ ਉੱਥੇ ਵਾੜਿਆ। ਇਹ ਉਹਨੂੰ ਕਹਿੰਦੀ ਤੈਨੂੰ ਇਹ ਦਾਜ ਵਿੱਚ ਦਿੱਤੀ ਕੁੜੀ, ਇਹਨੂੰ ਰੱਖ ਲੈ ਇੱਥੇ। ਮੇਰੀ ਵੱਡੀ ਭਤੀਜੀ ਜਿਹੜੀ ਆ ਉਹਨੇ ਸਾਨੂੰ ਫੋਨ ਕੀਤੇ ਰੋ ਰੋ ਕੇ, ਕਹਿੰਦੀ ਉਹਨੂੰ ਬਹੁਤ ਕੁੱਟਿਆ ਮਾਰਿਆ, ਉਹਨੂੰ ਦਵਾਈ ਵੀ ਪਿਲਾਈ ਆ ਇਹਨਾਂ ਨੇ। ਡੈਥ ਕਹਿੰਦੇ ਆ ਕਿ ਰਾਤ 12 ਵਜੇ ਹੋਈ ਆ। ਇਹ ਰਾਤ ਕਹਿੰਦੇ ਆ ਕਿ 12 ਵਜੇ ਹੋਈ ਆ। ਗੁੜੀਆ ਪੱਖਾ ਲਾਉਣ ਲੱਗੀ ਸੀ। ਗੁੜੀਆ ਕਿੱਦਾਂ ਪੱਖਾ ਲਾਉਣ ਲੱਗੀ ਸੀ? ਇਹਦੇ ਗੁੜੀਆ ਦੇ ਪਾਪਾ ਦੇ ਬਿਆਨ ਹੈ ਕਿ ਮੈਂ ਅੰਦਰ ਏਸੀ ਵਿੱਚ ਪਿਆ ਸੀ, ਮੈਨੂੰ ਪਤਾ ਨਹੀਂ ਲੱਗਾ। ਆਪ ਏਸੀ ਵਿੱਚ ਪਿਆ ਤੇ ਗੁੜੀਆ ਬਾਹਰ ਪੱਖੇ ਥੱਲੇ। ਕੋਈ ਬੰਦੀ ਆ ਗੱਲ? ਉਹ ਅੰਦਰ ਮੰਨ ਲਓ ਉਹਨਾਂ ਦਾ ਬਿਆਨ ਸੀਗਾ ਕਿ ਮੈਂ ਅੰਦਰ ਏਸੀ ਦੇ ਵਿੱਚ ਪਿਆ ਸੀਗਾ ਤੇ ਗੁੜੀਆ ਬਾਹਰ ਪੱਖੇ ਤੇ ਤਾਰ ਲਾਉਣ ਲੱਗੀ ਤੇ ਉੱਤੇ ਪੈਰ ਆ ਗਿਆ, ਝਟਕਾ ਲੱਗ ਗਿਆ। ਇਹਦੀ ਭਰਜਾਈ ਤੇ ਭਤੀਜਾ ਰਾਤ ਆਏ ਆ, ਉਹਨਾਂ ਦਾ ਵੀ ਰੋਲ ਵਾ ਵਿੱਚ। ਉਹ ਰਾਤੀ ਪਹਿਲਾਂ ਦੇ ਆਏ ਹੋਏ ਸੀਗੇ, ਉਹਨਾਂ ਦਾ ਰੋਲ ਆ ਵਿੱਚ। ਇਹਨਾਂ ਨੇ ਰਲ ਕੇ ਸਾਰਿਆਂ ਨੇ ਕੁੜੀ ਮਾਰੀ ਹੈ। ਚਲੋ ਜੋ ਵੀ ਹੈ, ਜਿੱਦਾਂ ਤੁਸੀਂ ਦੇਖ ਸਕਦੇ ਆ ਇਸ ਵੇਲੇ ਡੈੱਡ ਬੋਡੀ ਪਈ ਆ, ਕਿਤੇ ਕੋਈ ਨਿਸ਼ਾਨ ਨਹੀਂ, ਬਸ ਸਿਰਫ ਜਿੱਥੇ ਜ਼ਖਮ ਜਿਹੜਾ ਪੈਰ ਦੇ ਉੱਤੇ ਤਾਰ ਲੱਗੀ ਆ ਉੱਥੇ ਜ਼ਖਮ। ਹੁਣ ਲੋਕਾਂ ਦੇ ਚੱਕੇ ਚਕਾਏ ਕੰਨ ਭਰੇ ਹੋਏ। ਕਦੀ ਵੀ ਪਿੰਡ ਦੇ ਵਿੱਚ ਕਿਸੇ ਇਨਸਾਨ ਦੇ ਨਾਲ ਸਾਰਾ ਪਿੰਡ ਸਹਿਮਤ ਨਹੀਂ ਹੁੰਦਾ। ਕੋਈ ਇੱਕ ਅੱਧੇ ਬੰਦੇ ਪਾਰਟੀਬਾਜ਼ੀ ਕਰਕੇ ਕੋਈ ਨਾ ਕੋਈ ਹੁੰਦੀਆਂ ਗੱਲਾਂ, ਜਿਹਦੇ ਕਰਕੇ ਪਿੰਡ ਵਿੱਚ ਕੋਈ ਇੱਕ ਅੱਧਾ ਬੰਦਾ ਕਹਿ ਸਕਦਾ। ਬਾਕੀ ਮੈਨੂੰ ਇਸ ਗੱਲ ਦਾ ਮਾਣ ਆ, ਪਿੰਡ ਵਿੱਚ ਸਾਰੇ ਬੰਦੇ ਮੇਰੇ ਨਾਲ ਆ, ਮੇਰੇ ਸਹਿਮਤ ਆ। ਮੇਰੇ ਬਾਰੇ ਸਾਰੀ ਦੁਨੀਆ ਜਾਣਦੀ ਆ ਵੀ ਮੈਂ ਕਿੱਦਾਂ ਦਾ ਇਨਸਾਨ ਆ। ਨਿਤਨੇਮੀ ਬੰਦਾ ਮੈਂ। ਖਾਣਾ ਖਾਣ ਲੱਗਾ ਅਰਦਾਸ ਕਰਕੇ ਖਾਣਾ। ਕਿਸੇ ਦਾ ਮੈਂ ਕਿ ਆਪਣੇ ਧੀ ਪੁੱਤ ਦੀ ਗੱਲ ਵੱਖਰੀ, ਮੈਂ ਕਿਸੇ ਦੇ ਨੂੰ ਕਦੀ ਹੱਥ ਨਹੀਂ ਲਾ ਸਕਦਾ। ਸਾਡੇ ਤੇ ਆਰੋਪ ਲੱਗ ਰਿਹਾ ਕਿ ਜਿਹੜੀ ਬੱਚੀ ਦੀ ਉਹਦਾ ਕਤਲ ਹੋਇਆ। ਸਰ ਇਹ ਤੇ ਜਿੰਨੇ ਮੂੰਹ ਹੁੰਦੀਆਂ ਗੱਲਾਂ। ਕਪੂਰਥਲਾ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ 15 ਸਾਲਾ ਲੜਕੀ ਅਮਨਜੋਤ ਕੌਰ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਲੜਕੀ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਉਸ ਦੀ ਮਤਰੇਈ ਮਾਂ ਤੇ ਕਤਲ ਦੇ ਆਰੋਪ ਲਗਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜ਼ਮੀਨ ਨੂੰ ਹਥਿਆਉਣ ਲਈ ਇਹ ਕਤਲ ਕੀਤਾ ਗਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਇਹ ਰਾਤੀ ਆਪਣੀ ਲੜਕੀ ਸਰੂਪ ਸਿੰਘ ਨੇ ਸਾਨੂੰ ਦੱਸਿਆ ਕਿ ਉਹਦੀ ਲਈ ਲੜਕੀ ਹੈ ਨਾ, ਜਿਹਦੀ ਉਮਰ ਕਰੀਬ 15.5-16 ਸਾਲ ਆ। ਰਾਤੀ ਜਿਹੜਾ ਉਹਨੂੰ ਕਰੰਟ ਲੱਗ ਗਿਆ ਤੇ ਜਿਹੜੀ ਇਹਦੀ ਦੂਜੀ ਮੈਰਿਜ ਹੈ ਸਰੂਪ ਸਿੰਘ ਦੀ। ਇਹਦੀ ਜਿਹੜੀ ਭੂਆ ਕੜਾਲਾਂ ਤੋਂ ਸਰਪੰਚ ਨਹੀਂ, ਸਾਬਕਾ ਸਰਪੰਚ ਆਈ, ਉਹ ਇਤਰਾਜ਼ ਕਰ ਰਹੀ ਹੈ। ਇਸ ਕਰਕੇ ਜਿਹੜਾ ਉਹਦਾ ਲੜਕੀ ਦਾ ਬੋਰਡ ਰਾਹੀਂ ਪੋਸਟਮਾਰਟਮ ਕਰਾ ਕੇ ਜਿਹੜਾ ਜੋ ਵੀ ਰਿਜ਼ਲਟ ਆਊਗਾ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ। ਉਹ ਕਹਿ ਰਿਹਾ ਇਸੇ ਕਰਕੇ ਪੋਸਟਮਾਰਟਮ ਅਸੀਂ ਜਿਹੜਾ ਕਰਾ ਰਹੇ ਹਾਂ, ਜਿਹੜਾ ਬੋਰਡ ਬਈਗਾ ਕੋਈ ਜ਼ਿਆਦਾ ਤੌਰ ਤੇ ਸੱਟ ਹੈ ਨਹੀਂ ਗੀ, ਇਸ ਕਰਕੇ ਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰਿਸ਼ਤੇਦਾਰਾਂ ਤੇ ਗਵਾਂਢੀਆਂ ਦਾ ਕਹਿਣਾ ਹੈ ਕਿ ਲੜਕੀ ਦੀ ਮੌਤ ਹੋ ਗਈ ਹੈ। ਇਸ ਬਾਰੇ ਪੀੜਤ ਪਰਿਵਾਰ ਨੇ ਸਾਨੂੰ ਨਹੀਂ ਦੱਸਿਆ ਤੇ ਹੁਣ ਲੜਕੀ ਦਾ ਪਰਿਵਾਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ। ਇਹ ਜੀ ਡੱਲਾ ਪਿੰਡ ਆ, ਮੇਰਾ ਪਿੰਡ ਕੜਾਲਖੁਰ ਦਾ। ਮੈਂ ਸਾਬਕਾ ਸਰਪੰਚ ਆ। ਮੇਰੀ ਇਹ ਭਤੀਜੀ ਸੀ ਜਿਹਦੀ ਡੈਥ ਹੋਈ ਹੈ, ਇਹ ਮਾਰੀ ਗਈ, ਕਤਲ ਹੋਇਆ ਵਾ। ਮੇਰੀ ਸਕੀ ਭਰਜਾਈ ਜਿਹੜੀ ਉਹਦੀ 2 ਸਾਲ ਪਹਿਲਾਂ ਡੈਥ ਹੋ ਗਈ ਸੀਗੀ। ਉਹ ਬਾਅਦ ਵਿੱਚ ਇਹ ਫਿਰ 6 ਮਹੀਨੇ ਬਾਅਦ ਇਹਦੇ ਨਾਲ ਮੇਰੇ ਬ੍ਰਦਰ ਨੇ ਇਹਦੇ ਨਾਲ ਸ਼ਾਦੀ ਕਰ ਲਈ। ਇਹਦਾ ਪਿੱਛੋਂ ਇੱਕ ਮੁੰਡਾ ਸੀਗਾ, ਗੁਰਨੂਰ ਸਿੰਘ ਉਹਦਾ ਨਾਮ ਆ, ਉਹ ਵੀ 14-15 ਸਾਲ ਦਾ ਮੁੰਡਾ ਵਾ। ਤੇ ਇਹ ਉਦੋਂ ਦੀ ਜਿਹੜੀ ਸਾਡੇ ਬੱਚਿਆਂ ਨੂੰ ਇੰਨੀ ਕੁੱਟਮਾਰ ਕਰਦੀ ਸੀ ਕਿ ਬੇਤਹਾਸ਼ਾ ਕੁੱਟਮਾਰ ਕਰਦੀ ਸੀ। ਸਾਡੇ ਬੱਚੇ ਸਾਨੂੰ ਇਹਨੇ ਆਉਣਾ ਜਾਣਾ ਇੱਥੇ ਇਸ ਘਰ 'ਚ ਬੰਦ ਕਰਤਾ। ਜਦ ਕਿ ਜਦੋਂ ਮੇਰੀ ਭਰਜਾਈ ਦੀ ਡੈਥ ਹੋਈ ਸੀ ਉਦੋਂ ਪੂਰਾ 9 ਮਹੀਨੇ 10 ਮਹੀਨੇ ਇੱਥੇ ਮੈਂ ਬੈਠੀ ਬੱਚੇ ਸਾਂਭਦੀ ਰਹੀ ਸੀ। ਆਪ ਸਾਰਾ ਆ ਨਗਰ ਖੜਾ, ਸਭ ਨੂੰ ਪਤਾ ਕਿ ਮੈਂ ਇੱਥੇ ਬੱਚੇ ਕਿੱਦਾਂ ਸਾਂਭੇ ਆਪਣੇ ਭਤੀਜੀਆਂ। ਇਹ ਜਨਾਨੀ ਜਦੋਂ ਦੀ ਆਈ ਇਹਨੇ ਮੇਰਾ ਆਉਣਾ ਜਾਣਾ, ਮੇਰੀ ਵੱਡੀ ਭਰਜਾਈ ਭਰਾ ਸਾਰਿਆਂ ਦਾ ਸਾਡਾ ਆਉਣਾ ਜਾਣਾ ਇੱਧਰਲਾ ਬੰਦ ਕਰਤਾ ਵੀ ਕਿ ਇਹ ਘਰੇ ਆਉਣਗੇ ਤਾਂ ਫਿਰ ਸਾਰੀ ਗੱਲ ਲੀਕ ਆਊਟ ਹੋਊਗੀ ਵੀ ਮੈਂ ਇੱਥੇ ਆਪਣਾ ਹੀ ਜਾਣੀ ਕਿ ਡੈਂਕਾ ਵਜਾਵਾਂ। ਇਹਨੇ ਫਿਰ ਬਾਅਦ ਵਿੱਚ ਹੁਣ 8 ਜਨਵਰੀ 'ਚ ਮੇਰੀ ਭਤੀਜੀ ਹਜੇ ਮਸੀਂ 18 ਸਾਲ ਦੀ ਵੱਡੀ ਹੋਈ ਪ੍ਰਭ, ਤੇ ਉਹਨੂੰ ਇਹਨੇ ਵਿਆਹ ਕਰ ਦਿੱਤਾ। ਵਿਆਹ ਕਰਕੇ ਬਾਅਦ 'ਚ ਉਹਦੇ ਮਗਰ ਇੱਕ ਵਾਰੀ ਇਹ ਨਹੀਂ ਵੜੇ ਹੈਗੇ ਦੋਨੇ ਜੀ, ਮੇਰਾ ਬ੍ਰਦਰ ਵੀ ਇਹ ਵੀ। ਉੱਥੇ ਜਿੱਦਾਂ ਕੰਨੋਂ ਫੜ ਕੇ ਲਵਾਰਸ ਬੱਚਾ ਕਿਸੇ ਆਸ਼ਰਮ 'ਚ ਛੱਡ ਦਈਦਾ ਨਾ, ਇੱਦਾਂ ਇਹਨਾਂ ਨੇ ਉਹ ਛੱਡ ਦਿੱਤੀ। ਬਾਅਦ ਵਿੱਚ ਇਹ ਕੁੜੀ ਕੁੱਟ ਮਾਰ ਕੇ ਉੱਥੇ ਉਹਦੇ ਕੋਲ ਵੱਡੀ ਕੋ ਜਿੱਥੇ ਵਿਆਹੀ ਉਹ ਉੱਥੇ ਵਾੜਿਆ। ਇਹ
ਉਹਨੂੰ ਕਹਿੰਦੀ ਤੈਨੂੰ ਇਹ ਦਾਜ ਵਿੱਚ ਦਿੱਤੀ ਕੁੜੀ, ਇਹਨੂੰ ਰੱਖ ਲੈ ਇੱਥੇ। ਬਾਅਦ ਵਿੱਚ ਉਹਨਾਂ ਨੇ ਥੋੜੇ ਦਿਨ ਰੱਖੀ, ਉਹ ਫਿਰ ਇਹਨਾਂ ਨੂੰ ਫੋਨ ਕਰਨ ਵੀ ਕੁੜੀ ਲੈ ਜਾਓ, ਪਾਪਾ ਕੁੜੀ ਲੈ ਜਾਓ, ਮੇਰੀ ਵੱਡੀ ਭਤੀਜੀ ਕਹੇ। ਇਹ ਮੁੜ ਕੇ ਫੋਨ ਨਾ ਚੱਕਣ, ਫਿਰ ਉਹਨੇ ਮੈਸੇਜ ਕੀਤਾ WhatsApp ਤੇ, ਇਹਨੂੰ ਵਾਇਸ ਮੈਸੇਜ ਕੀਤਾ ਵੀ ਮੈਂ ਪਾਪਾ ਅਮਨਜੋਤ ਨੂੰ ਲੈ ਕੇ ਇੱਥੇ ਆ ਰਹੀ ਹਾਂ ਡੱਲੇ, ਵੀ ਅਸੀਂ ਦੋਨੇ ਜਾਣੇ ਮੈਂ ਤੇ ਮੇਰੇ ਘਰ ਵਾਲਾ ਆ ਰਹੇ ਆ। ਤੇ ਇਹ ਘਰੋਂ ਤਾਲੇ ਲਾ ਕੇ ਚਲ ਗਿਆ। ਉਹ ਵਿਚਾਰੀ ਪਤਾ ਨਹੀਂ ਕਿੱਦਾਂ ਕੰਦਾ ਕੁੰਦਾ ਟਪਾ ਕੇ ਉਹਨੂੰ ਅੰਦਰ ਛੱਡ ਕੇ ਗਈ। ਉਦੋਂ ਇਹਨਾਂ ਨੇ ਫਿਰ ਉਹਦੇ ਬਾਅਦ ਵਿੱਚ ਇਹਨਾਂ ਨੇ ਫਿਰ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੇਰੀ ਵੱਡੀ ਭਤੀਜੀ ਜਿਹੜੀ ਆ ਉਹਨੇ ਸਾਨੂੰ ਫੋਨ ਕੀਤੇ ਰੋ ਰੋ ਕੇ, ਕਹਿੰਦੀ ਉਹਨੂੰ ਬਹੁਤ ਕੁੱਟਿਆ ਮਾਰਿਆ, ਉਹਨੂੰ ਦਵਾਈ ਵੀ ਪਿਲਾਈ ਆ ਇਹਨਾਂ ਨੇ। ਫਿਰ ਇਹਨਾਂ ਦੀ ਸੈੱਟ ਸਪਾਈ ਪਤਾ ਨਹੀਂ ਕਿੱਦਾਂ ਹੋਈ, ਸਾਨੂੰ ਨਹੀਂ ਇਹਨਾਂ ਨੇ ਵਿੱਚ ਵੜਨ ਦਿੱਤਾ। ਅਸੀਂ ਜਦੋਂ ਆਉਣ ਦੀ ਕੋਸ਼ਿਸ਼ ਵੀ ਕੀਤੀ, ਅੰਦਰੋਂ ਬੂਹੇ ਲਾ ਲੈਂਦੇ ਸੀ। ਸਾਡੇ ਨੰਬਰ ਇਹਨਾਂ ਨੇ ਬਲੌਕ 'ਚ ਪਾਏ ਹੋਏ ਸੀਗੇ। ਇਹ ਸਾਰਾ ਕੁਝ ਇਸ ਕਰਕੇ ਇਹਨੇ ਕੀਤਾ। ਇਹਦਾ ਜਿਹੜਾ ਮੁੰਡਾ ਗੁਰਨੂਰ ਆ, ਉਹਨੂੰ ਸਾਰਾ ਕੁਝ ਮਤਲਬ ਕਿ ਵਾਰਸ ਬਣਾਉਣਾ ਚਾਹੁੰਦੀ ਸੀਗੀ। ਨਹੀਂ, ਜਿਹੜਾ ਗੁਰਨੂਰ ਆ ਉਹ ਇੱਥੇ ਰਹਿੰਦਾ ਇੱਥੇ ਰਹਿੰਦਾ ਇਹਦੇ ਕੋਲ। ਤੇ ਬੱਚੇ ਜਿਹੜੇ ਤੁਹਾਡੇ ਬ੍ਰਦਰ ਦੇ ਬੱਚੇ ਆ ਪਹਿਲੇ ਵਿਆਹ ਦੇ, ਉਹ ਕਿੰਨੇ ਸੀਗੇ? ਉਹ 3 ਬੱਚੇ ਸੀਗੇ, ਕੁੜੀ ਇਹਨਾਂ ਨੇ ਵਿਆਹਤੀ, 2 ਬੱਚੇ ਇੱਥੇ। ਤੁਹਾਨੂੰ ਇਤਲਾਹ ਦਿੱਤੀ ਜਦੋਂ ਕਤਲ ਹੋਣ ਦੀ ਮੁਤਾਬਕ ਤੁਹਾਡੇ ਕੋਈ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਨੇ। ਤੇ ਸਾਨੂੰ ਇੱਥੋਂ ਕਿਸੇ ਰਿਸ਼ਤੇਦਾਰੀ ਚੋਂ ਹੀ ਸਾਨੂੰ ਉੜਦੀ ਗੱਲ ਦਾ ਪਤਾ ਲੱਗਾ। ਅਸੀਂ ਸਵੇਰੇ ਫਿਰ ਉਸੇ ਟਾਈਮ ਭੱਜੇ, ਅੱਜ ਸਵੇਰੇ 7 ਵਜੇ ਤੋਂ ਪਹਿਲਾਂ। ਫਿਰ ਅਸੀਂ ਇੱਥੇ ਚੌਂਕੀਓਂ ਪੁਲਿਸ ਨਾਲ ਲੈ ਕੇ ਆਏ। ਜਦੋਂ ਅਸੀਂ ਚੌਂਕੀ ਆਏ, ਪੁਲਿਸ ਨੂੰ ਕੋਈ ਪਤਾ ਨਹੀਂ ਇਸ ਪਿੰਡ 'ਚ ਕਤਲ ਹੋ ਗਿਆ ਵਾ, ਜਦ ਕਿ ਚੌਂਕੀ ਇੱਥੇ ਪਿੰਡ 'ਚ ਡੱਲੇ ਆ ਤੇ ਇਹ ਸੰਸਕਾਰ ਲਈ ਵੀ ਲੈ ਕੇ ਚੱਲੇ ਸੀ। ਅਸੀਂ ਪੁਲਿਸ ਲਿਆ ਕੇ ਸੰਸਕਾਰ ਰਕਾਇਆ ਵਾ। ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ, ਇਹ ਜਿਹੜੀ ਡੈਣ ਰਾਖਸ਼ਣ ਆ, ਇਹਨੇ ਸਾਡੀ ਕੁੜੀ ਫੁੱਲਾਂ ਵਰਗੀ ਮੇਰੀ ਭਤੀਜੀ ਮਾਰ ਦਿੱਤੀ ਆ। ਹੁਣ ਇਹਨੇ ਸਾਡਾ ਭਤੀਜਾ ਵੀ ਮਾਰ ਦੇਣਾ ਹੈ। ਆਪਣਾ ਮੁੰਡਾ ਇਹਨੇ ਵਾਰਸ ਬਣਾਉਣਾ। ਇਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਅਰੈਸਟ ਕੀਤੀ ਜਾਵੇ, ਤੁਰੰਤ ਹੀ ਅਰੈਸਟ ਕੀਤੀ ਜਾਵੇ। ਇਹਨੂੰ ਬਖਸ਼ਿਆ ਨਹੀਂ ਜਾਣਾ। ਵਿਆਹ ਕਿੰਨਾ ਚਿਰ ਪਹਿਲਾਂ ਹੋਇਆ ਸੀ? ਵਿਆਹ ਇਹਦਾ 2018 ਚ ਜੁਲਾਈ ਮਹੀਨੇ 'ਚ ਇਹਦਾ ਵਿਆਹ ਹੋਇਆ ਵਾ। ਨਹੀਂ, ਤੁਹਾਡੇ ਬ੍ਰਦਰ ਦੀ ਪ੍ਰਾਪਰਟੀ ਕਿੰਨੀ ਪ੍ਰਾਪਰਟੀ ਉਹਦੀ ਕਾਫੀ ਹੈਗੀ ਆ ਜੀ। ਉਹ ਅਮਰੀਕਾ ਜਾਂਦਾ ਆਉਂਦਾ ਰਹਿੰਦਾ, ਕੈਨੇਡਾ ਵੀ ਉਹਦੀ ਪ੍ਰਾਪਰਟੀ, ਉਹਦੇ ਬੈਂਕ ਬੈਲੈਂਸ ਬਹੁਤ ਹੈਗੇ ਆ। ਪ੍ਰਾਪਰਟੀ ਉਹਦੀ ਹੈਗੀ ਆ। ਪ੍ਰਾਪਰਟੀ ਦਾ ਕਰਕੇ ਹੀ ਸਾਰਾ ਕੁਝ ਇਹ ਹੋਇਆ ਵਾ। ਜੇ ਲੜਕੀ ਦੀ ਮੌਤ ਹੋਈ, ਉਹਨਾਂ ਨੂੰ ਪਹਿਲਾਂ ਵੀ ਕੋਈ ਕੁੱਟ ਮਾਰਦੇ ਸੀ? ਬਹੁਤ ਕੁੱਟਮਾਰ ਕੀਤੀ ਸੀ, ਬਹੁਤ ਜ਼ਿਆਦਾ। ਆ ਸਾਰੇ ਆਂਢ ਗੁਆਂਢ ਨੂੰ ਪਤਾ। ਹਾਂਜੀ, ਵੀ ਅਸੀਂ ਕਿਹਾ ਸੀਗਾ ਵੀ ਬੱਚੇ ਸਾਨੂੰ ਦੋਨੋਂ ਤੁਸੀਂ ਦੇ ਦਿਓ। ਉਦੋਂ ਵੀ ਇਹਨਾਂ ਨੇ ਸਾਡੀ ਸੁਣੀ ਕਿੰਨਾ ਚਿਰ ਨਹੀਂ ਪਹਿਲਾਂ ਹੈਗੀ। ਕੱਢ ਦਿੱਤਾ ਸੀ? 1 ਮਹੀਨਾ ਪਹਿਲਾਂ, 1 ਮਹੀਨਾ ਹੋ ਗਿਆ ਸੀ ਮੈਨੂੰ। ਤੁਹਾਨੂੰ ਇਸ ਗੱਲ ਦਾ ਪਤਾ ਸੀ? ਨਹੀਂ, ਸਾਨੂੰ ਵੱਡੀ ਕੁੜੀ ਤੋਂ ਪ੍ਰਭ ਤੋਂ ਹੀ ਪਤਾ ਲੱਗਿਆ ਸੀਗਾ। ਸਾਨੂੰ ਤਾਂ ਇਹਨਾਂ ਨੇ ਹੁਣ ਦੱਸਿਆ ਤੁਹਾਨੂੰ ਕੀ ਨਹੀਂ। ਦੱਸ ਰਹੇ ਆ ਉਹ ਉਹਨਾਂ ਮੁਤਾਬਕ? ਸਾਨੂੰ ਤਾਂ ਹੁਣ ਇਹ ਕਹਿੰਦੇ ਆ ਵੀ ਕਰੰਟ ਲੱਗਿਆ, ਜਦੋਂ ਕਿ ਉਹਨੂੰ ਕਰੰਟ ਨਹੀਂ ਲੱਗਿਆ, ਕਤਲ ਹੋਇਆ ਉਹਦਾ। ਕੋਈ ਉਹਦੀ ਬੋਡੀ ਦੇ ਨਿਸ਼ਾਨ ਨਹੀਂ? ਹਾਂਜੀ ਹਾਂਜੀ, ਬੋਡੀ ਦੇ ਨਿਸ਼ਾਨ ਬਹੁਤ ਪਏ ਹਨ। ਨੀਲੀ ਹੋਈ ਪਈ ਕੁੜੀ, ਸਾਰੇ ਅਸੀਂ ਸਾਰੇ ਟੋ ਕੇ ਦੇਖ ਕੇ ਆਏ। ਹੁਣ ਤੁਸੀਂ ਕੀ ਚਾਹੁੰਦੇ ਤੁਸੀਂ ਕੀ ਹੋ? ਚਾਹੁੰਦੇ ਜੀ? ਅਸੀਂ ਚਾਹੁੰਦੇ ਆ ਵੀ ਇਨਸਾਫ ਮਿਲਣਾ ਚਾਹੀਦਾ। ਇਹ ਜਿਨ੍ਹਾਂ ਨੇ ਇਹ ਕੰਮ ਕੀਤਾ, ਕਤਲ ਹੋਇਆ, ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਜਿਹੜਾ ਸਾਡਾ ਬੱਚਾ ਛੋਟਾ ਨੂੰ ਅਮਨ ਮੋਲਾ ਅਮਨ, ਕਿੰਨੇ ਸਾਲ ਦਾ? ਉਹ 8 ਸਾਲ ਦਾ। ਠੀਕ ਆ। ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ, ਜਿੱਦਾਂ ਹੁਣ ਇਹਨਾਂ ਨੇ ਕੁੜੀ ਮਾਰਤੀ, ਕੱਲ ਨੂੰ ਮੁੰਡਾ ਵੀ ਮਾਰ ਸਕਦੇ ਆ। ਫਿਰ ਸਾਡਾ ਤਾਂ ਰਿਹਾ ਹੀ ਕੁਛ ਨਹੀਂ ਇੱਥੇ। ਰਾਤੀ ਇਹਨਾਂ ਨੇ ਕੋਈ ਖਬਰ ਨਹੀਂ ਦਿੱਤੀ, ਕਿਸੇ ਨੂੰ ਨਹੀਂ ਦੱਸਿਆ ਇਹਨਾਂ ਨੇ। ਸਾਨੂੰ ਸਵੇਰੇ 7 ਵਜੇ ਪਤਾ ਲੱਗਾ ਸਾਰੇ ਮਹੱਲੇ ਨੂੰ, ਕਿਸੇ ਨੂੰ ਨਹੀਂ। ਰਾਤ ਜੇ ਘਟਨਾ ਹੋਈ ਸੀ ਤੇ ਮਹੱਲੇ ਨੂੰ ਲਾਗੇ ਦੱਸ ਸਕਦੇ ਸੀਗੇ, ਇਹ ਲਾਗੇ ਆਂਢ ਗੁਆਂਢ ਸੀਗੇ, ਇਹਨਾਂ ਕਿਸੇ ਨੂੰ ਨਹੀਂ ਦੱਸਿਆ। ਸਾਨੂੰ ਇਸ ਗੱਲ ਦਾ ਨਿਆਂ ਲੈਣਾ ਚਾਹੀਦਾ, ਸਾਨੂੰ ਹੱਕ ਚਾਹੀਦਾ। ਤੁਹਾਨੂੰ ਕੋਈ ਚੀਕਾ ਦੀ ਜਾਂ ਕੋਈ ਆਵਾਜ਼? ਕੋਈ ਆਵਾਜ਼ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਲੱਗਾ ਇਸ ਘਰੇ ਮੌਤ ਹੋਈ ਆ। ਬੱਚਿਆਂ ਨਾਲ ਵਰਤਾਰਾ ਕਿਦਾਂ ਦਾ ਸੀ? ਵਰਤਾਰਾ ਬਹੁਤ ਗਲਤ ਸੀਗਾ ਬੱਚਿਆਂ ਨਾਲ। ਇਹ ਖੁਦ ਇਹਨਾਂ ਦੇ ਘਰੇ ਰੋਟੀ ਪਕਾਉਂਦੇ ਰਹੇ। ਹਾਂ, ਤੁਸੀਂ ਬਹੁਤ ਕੰਮ ਕਰਦੇ ਵਰਤਾਰਾ, ਹਾਂਜੀ, ਬਹੁਤ ਗਲਤ ਵਰਤਾਰਾ ਸੀ। ਸਾਰੇ ਮਹੱਲੇ ਕੋਲੋਂ ਤੁਸੀਂ ਪੁੱਛ ਲਓ ਬਿਨਾਂ ਸ਼ੱਕ। ਮੈਂ ਇਹਦਾ ਗੁੜੀਆ ਦਾ ਸਗਾ ਮਾਮਾ ਜੀ। ਮੇਰਾ ਤਕਰੀਬਨ ਇਹਨਾਂ ਦੇ ਨਾਲ ਜਦੋਂ ਦੀ ਦੀਦੀ ਦੀ ਡੈਥ ਹੋਈ ਆ, ਇਹਨਾਂ ਨੇ ਮੇਰੇ ਨਾਲ ਜਿੱਦਾਂ ਲਿੰਕ ਸਾਰੇ ਆਪਦੇ ਬੰਦ ਕੀਤੇ ਆ। ਕੋਈ ਵੀ ਆਉਣ ਜਾਣ ਨਹੀਂ ਕਰਕੇ, ਬਿਨਾਂ ਮਤਲਬ ਤੋਂ ਕੋਈ ਗੱਲ ਨਹੀਂ, ਕੋਈ ਝਗੜਾ ਨਹੀਂ। ਬਸ ਆਪਦਾ ਜਦੋਂ ਇਹਨਾਂ ਨੇ ਵਿਆਹ ਕਰਵਾ ਲਿਆ, ਦੂਜੀ ਮੈਰਿਜ ਕਰਾ ਲਈ, ਤੇ ਸਾਡੇ ਨਾਲ ਕੋਈ ਬਾਅਦ ਵਿੱਚ ਰਿਲੇਸ਼ਨ ਨਹੀਂ ਕਰ ਰੱਖਿਆ। ਹੁਣ ਜਿਹੜਾ ਗੁੜੀਆ ਦੀ ਮੌਤ ਹੋਈ ਆ, ਕੀ ਕਾਰਨ ਸਮਝਦੇ ਤੁਸੀਂ? ਕਾਰਨ ਇੱਕ ਸੋਚੀ ਸਮਝੀ ਸਾਜ਼ਿਸ਼ ਕਹਿ ਸਕਦੇ ਹਾਂ ਜੀ। ਹੋਰ ਤੇ ਆ ਉੱਦਾਂ ਹੀ ਦੇਖ ਕੇ ਉਹਦੀ ਡੈੱਡ ਬੋਡੀ ਦੇਖ ਕੇ ਪਤਾ ਲੱਗਦਾ ਹੈ ਕਿ ਕੀ ਹੋਇਆ ਹੋਊਗਾ ਬੱਚੇ ਦੇ ਨਾਲ। ਇਹ ਐਕਸੀਡੈਂਟ ਬਣਦੇ ਜਾਂ ਕੋਈ ਘਟਨਾ ਹੋਰ ਬਣਦੀ? ਨਹੀਂ, ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਇਹਨਾਂ ਦੀ ਆਪਦੀ। ਇੱਦਾਂ ਕੋਈ ਵੀ ਨੋਰਮਲ, ਤੁਸੀਂ ਵੀ ਸਾਰੀ ਪਬਲਿਕ ਸਿਆਣੀ ਆ ਕਿ ਇੱਦਾਂ ਨੋਰਮਲ ਪੈਰ ਤਾਰ ਦੇ ਉੱਤੇ ਆ ਜਾਂਦੇ ਨਾਲ ਕੋਈ ਬੱਚੇ ਦੀ ਡੈਥ ਨਹੀਂ ਹੋ ਜਾਂਦੀ। MC ਸਾਰਿਆਂ ਦੇ ਲੱਗੇ ਹੋਏ ਆ, ਕੋਈ ਵੀ ਟ੍ਰਿਪ ਕਰ ਜਾਂਦੇ ਆ ਜਦੋਂ ਕੋਈ ਇੱਦਾਂ ਕਰੰਟ ਲੱਗਦਾ ਜਾਂ ਕਿੱਦਾਂ ਵੀ। ਫਿਰ ਕੋਈ ਗੱਲਬਾਤ ਹੁੰਦੀ ਆ, ਫਿਰ ਰਾਤ ਨੂੰ ਲਿਜਾ ਵੀ ਸਕਦੇ ਆ, ਕਿਤੇ ਲਿਜਾਂਦੇ। ਸਵੇਰੇ ਤਕਰੀਬਨ ਸਾਰੇ ਆਂਢ ਗੁਆਂਢ ਸਾਰਿਆਂ ਨੂੰ, ਮੈਨੂੰ ਖੁਦ ਮੇਰਾ ਬੈਕ ਸਾਈਡ ਤੇ ਘਰ ਆ ਨਾਲ ਹੀ, ਤੇ
7 ਵਜੇ ਕਾਲ ਆਈ ਆ ਸਾਰੇ ਲਾਗੇ ਬੰਦੇ ਮੈਨੂੰ 7:30 ਵਜੇ ਇਹਨਾਂ ਦੇ ਗੁਆਂਢੀਆਂ ਦਾ ਮੈਨੂੰ 7:30 ਵਜੇ ਫੋਨ। ਡੈਥ ਕਹਿੰਦੇ ਆ ਕਿ ਰਾਤ 12 ਵਜੇ ਹੋਈ ਆ। ਇਹ ਰਾਤ ਕਹਿੰਦੇ ਆ ਕਿ 12 ਵਜੇ ਹੋਈ ਆ। ਗੁੜੀਆ ਪੱਖਾ ਲਾਉਣ ਲੱਗੀ ਸੀ। ਗੁੜੀਆ ਕਿੱਦਾਂ ਪੱਖਾ ਲਾਉਣ ਲੱਗੀ ਸੀ? ਇਹਦੇ ਗੁੜੀਆ ਦੇ ਪਾਪਾ ਦੇ ਬਿਆਨ ਹੈ ਕਿ ਮੈਂ ਅੰਦਰ ਏਸੀ ਵਿੱਚ ਪਿਆ ਸੀ, ਮੈਨੂੰ ਪਤਾ ਨਹੀਂ ਲੱਗਾ। ਆਪ ਏਸੀ ਵਿੱਚ ਪਿਆ ਤੇ ਗੁੜੀਆ ਬਾਹਰ ਪੱਖੇ ਥੱਲੇ। ਕੋਈ ਬੰਦੀ ਆ ਗੱਲ? ਉਹ ਇੱਥੇ ਹੀ ਆ ਗੁੜੀਆ ਦੇ ਪਾਪਾ ਇੱਥੇ ਆ? ਹਾਂਜੀ, ਗੁੜੀਆ ਦੇ ਪਾਪਾ ਇੱਥੇ ਹੀ ਆ ਜੀ। ਕੀ ਨਾਮ ਉਹਨਾਂ ਦਾ? ਸਰੂਪ ਸਿੰਘ। ਉਹ ਸ਼ੋ ਇੱਥੇ ਹੀ ਆ? ਹਾਂਜੀ, ਉਹ ਇੱਥੇ ਹੀ ਆ। ਉਹ ਅੰਦਰ ਮੰਨ ਲਓ ਉਹਨਾਂ ਦਾ ਬਿਆਨ ਸੀਗਾ ਕਿ ਮੈਂ ਅੰਦਰ ਏਸੀ ਦੇ ਵਿੱਚ ਪਿਆ ਸੀਗਾ ਤੇ ਗੁੜੀਆ ਬਾਹਰ ਪੱਖੇ ਦੀ ਤਾਰ ਲਾਉਣ ਲੱਗੀ ਤੇ ਉੱਤੇ ਪੈਰ ਆ ਗਿਆ, ਝਟਕਾ ਲੱਗ ਗਿਆ। ਹੁਣ ਤੁਸੀਂ ਦੱਸੋ ਕਿ ਪੇਰੈਂਟਸ ਅੰਦਰ ਹੋਣ ਤੇ ਬੱਚੇ ਬਾਹਰ ਪੱਖੇ ਥੱਲੇ ਪਏ ਹੋਣ। ਸਾਨੂੰ ਇਹ ਵੀ ਗੱਲ ਦਾ ਪਤਾ ਲੱਗਾ ਵਾ ਕਿ ਜਿਹੜੀ ਇਹ ਮਨਦੀਪ ਕੌਰ ਮਤੇਰ ਮਾਂ ਵਾ ਨਾ, ਇਹਦੀ ਭਰਜਾਈ ਤੇ ਭਤੀਜਾ ਰਾਤ ਆਏ ਆ, ਉਹਨਾਂ ਦਾ ਵੀ ਰੋਲ ਵਾ ਵਿੱਚ। ਉਹ ਕਿੰਨੇ ਕੁ ਵਜੇ ਆਏ? ਉਹ ਰਾਤੀ ਪਹਿਲਾਂ ਦੇ ਆਏ ਹੋਏ ਸੀਗੇ, ਉਹਨਾਂ ਦਾ ਰੋਲ ਆ ਵਿੱਚ। ਇਹਨਾਂ ਨੇ ਰਲ ਕੇ ਸਾਰਿਆਂ ਨੇ ਕੁੜੀ ਮਾਰੀ ਆ। ਉਧਰ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਲੜਕੀ ਦੇ ਮਾਤਾ-ਪਿਤਾ ਨੇ ਕਿਹਾ ਕਿ ਲੜਕੀ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਸਾਡੇ ਤੇ ਝੂਠਾ ਆਰੋਪ ਲਗਾਇਆ ਜਾ ਰਿਹਾ ਹੈ। ਇਹ ਚਲੋ ਜੋ ਵੀ ਹੈ, ਜਿੱਦਾਂ ਤੁਸੀਂ ਦੇਖ ਸਕਦੇ ਆ ਇਸ ਵੇਲੇ ਡੈੱਡ ਬੋਡੀ ਪਈ ਆ, ਕਿਤੇ ਕੋਈ ਨਿਸ਼ਾਨ ਨਹੀਂ, ਬਸ ਸਿਰਫ ਜਿੱਥੇ ਜ਼ਖਮ ਜਿਹੜਾ ਪੈਰ ਦੇ ਉੱਤੇ ਤਾਰ ਲੱਗੀ ਆ ਉੱਥੇ ਜ਼ਖਮ ਆ ਪੈਰ ਦੇ ਉੱਪਰ। ਬਾਕੀ ਕਿਹੜਾ ਮਾਪਾ ਜਿਹੜਾ ਇਦਾਂ ਕੋਈ ਕਰ ਸਕਦਾ? ਜਿੱਦਾਂ ਜੋ ਉਹ ਜਿਹੜੀ ਮੇਰੀ ਸਿਸਟਰ ਆ, ਉਹਦੇ ਕੋਈ ਰੰਜਿਸ਼ ਸਾਡੇ ਆਪਸ ਵਿੱਚ ਜਿੱਦਾਂ ਲੰਮੇ ਸਮੇਂ ਤੋਂ ਆ, ਜਿਹਦੇ ਕਰਕੇ ਉਹ ਇਦਾਂ ਕੱਢਣੀ ਚਾਹੁੰਦੀ ਆ, ਜੋ ਵੀ ਉਹ ਲਾ ਰਹੇ ਆ। ਤੁਹਾਡਾ ਕੀ ਨਾਮ ਆ ਤੇ ਕੀ ਲੱਗਦੇ ਸੀਗੇ? ਮੇਰਾ ਨਾਮ ਸਰੂਪ ਸਿੰਘ ਆ ਜੀ। ਹਾਂਜੀ, ਬੇਟੀ ਦੇ ਕੀ ਲੱਗਦੇ ਸੀ? ਮੇਰੀ ਬੇਟੀ ਆ ਜੀ, ਮੈਂ ਬੇਟੀ ਦਾ ਡੈਡੀ ਆ। ਭਾਈ ਉਹ ਕਹਿ ਰਹੇ ਕਿ ਤੁਹਾਡੀ ਦੂਸਰੀ ਸ਼ਾਦੀ? ਹਾਂਜੀ, ਦੂਸਰੀ ਸ਼ਾਦੀ। ਉਹਨਾਂ ਦਾ ਇਹ ਵੀ ਆਰੋਪ ਹੈ ਕਿ ਤੁਹਾਡੀ ਦੂਜੀ ਸ਼ਾਦੀ ਹੈ ਤੇ ਦੂਜੀ ਸ਼ਾਦੀ ਦੇ ਕਾਰਨ ਜਿਹੜੀ ਪ੍ਰਾਪਰਟੀ ਦਾ ਵੀ ਮਾਮਲਾ ਬਣਦਾ ਕਿ ਦੂਜੇ ਬੱਚੇ ਨੂੰ ਜਿਹੜੇ ਪਿੱਛੋਂ ਬੱਚਾ ਹੈ ਉਹਨਾਂ ਨੂੰ ਪ੍ਰਾਪਰਟੀ ਦੇਣਾ ਚਾਹੁੰਦੇ, ਇਸ ਕਰਕੇ ਕਤਲ ਕਰ ਦਿੱਤਾ ਗਿਆ। ਨਹੀਂ, ਇਹ ਤੇ ਦੇਖੋ ਜੀ, ਮੈਨੂੰ ਇਸ ਗੱਲ ਦਾ ਪਤਾ ਆ ਵੀ ਮੇਰੀ ਵਾਈਫ ਜਿਹੜੀ ਮੇਰੀ ਕਿੰਨੀ ਸੇਵਾ ਕਰ ਰਹੀ ਆ, ਮੇਰੇ ਬੱਚੇ ਜਿਹੜੇ ਆ ਕਿੰਨੇ ਮੇਰੇ ਆਗਿਆਕਾਰੀ ਆ। ਮੇਰੇ ਬੱਚੇ ਇੱਥੇ ਆਂਢ ਗੁਆਂਢ ਵੀ ਤੁਸੀਂ ਸਾਡੇ ਲਾਗੇ ਨਾਲ ਦਾ ਘਰ ਪੁੱਛ ਸਕਦੇ ਆ ਵੀ ਅਸੀਂ ਸਾਰਾ ਦਿਨ ਇਕੱਠੇ ਰਹਿਣ ਨੂੰ ਰਹਿੰਦੇ ਆ, ਕਿੰਨਾ ਸਾਡਾ ਪਿਆਰ ਆ ਉਸ ਨੂੰ। ਨਹੀਂ, ਪਰ ਉਹ ਕਹਿ ਰਹੇ ਆ ਵੀ ਇਹਨਾਂ ਦਾ ਵਰਤਾਰਾ ਬਹੁਤ ਵਧੀਆ ਨਹੀਂ ਸੀ ਬੱਚਿਆਂ ਦੇ ਨਾਲ। ਨਹੀਂ, ਬਿਲਕੁਲ ਨਹੀਂ, ਕੋਈ ਐਸੀ ਗੱਲ ਨਹੀਂ ਗੀ। ਆ ਸਾਡੇ ਗਵਾਂਢੋਂ ਪੁੱਛੋ ਤੁਸੀਂ। ਮਹੀਨਾ ਪਹਿਲਾਂ ਵੀ ਕੁੱਟਮਾਰ ਹੋਈ ਸੀ। ਨਹੀਂ, ਬਿਲਕੁਲ ਨਹੀਂ, ਕੋਈ ਇਦਾਂ ਦੀ ਗੱਲ ਨਹੀਂ ਹੋਈ। ਘਟਨਾ ਕੀ ਹੋਈ ਵੈਸੇ ਇਹ ਦੱਸੋ ਜੀ। ਘਟਨਾ ਇਹ ਹੋਈ, ਸਾਡੇ ਪ੍ਰਾਹੁਣੇ ਆਏ ਹੋਏ ਸੀ ਰਾਤ ਦੇ, ਅਸੀਂ 10 10:30 ਤੋਂ 11 ਤੱਕ ਬੈਠੇ ਗੱਲਾਂ ਬਾਤਾਂ ਖਾਣਾ ਖਾ ਕੇ ਬੈਠੇ ਰਹੇ ਆ। ਤੇ ਮੁੜ ਕੇ ਬੇਟੀ ਕਹਿਣ ਲੱਗੀ ਵੀ ਜਿਹੜੇ ਵੀਰੇ ਆ ਵੱਡੇ ਮੁੰਡੇ ਜਵਾਨ, ਉਹ ਬਾਹਰ ਇੱਥੇ ਮੈਂ ਉਹਨਾਂ ਨੂੰ ਕੂਲਰ ਤੇ ਜਾਂ ਪੱਖਾ ਲਾ ਦਿੰਦੀਆਂ, ਪੈ ਜਾਣ ਮੰਜਿਆਂ ਤੇ ਅੰਦਰ ਜਿੱਦਾਂ ਕਿ ਏਸੀ ਚੱਲਦਾ ਸੀ ਅਸੀਂ ਏਸੀ ਵਿੱਚ ਪੈ ਜੰਨੇ ਆ। ਤੇ ਉਹ ਪੱਖਾ ਲਾ ਕੇ ਇੱਥੇ ਦੇਣ ਲੱਗੀ ਆ ਤੇ ਪੱਖੇ ਦੀ ਤਾਰ ਜਿਹੜੀ ਆ ਉਹ ਸਾਨੂੰ ਅਸੀਂ ਵਰਤਿਆ ਵੀ ਨਹੀਂ ਕਦੀ ਪੱਖਾ, ਤੇ ਉਹ ਪੱਖੇ ਦੀ ਤਾਰ ਕਰੇ ਗਿਆ ਥੱਲੇ, ਦਿਸ ਵੀ ਰਹੀ ਆ ਸਾਹਮਣੇ। ਤੇ ਰਾਤ ਦਾ ਇਹ ਦੇਖ ਕੇ ਮੈਨੂੰ ਇੱਥੇ ਖੁਜ ਇੰਨੀ ਆਉਣ ਡਈ ਆ ਵੀ ਇਸ ਪੱਖੇ ਨੇ ਸਾਡਾ ਘਰ ਜਿੱਦਾਂ ਕਿੱਦਾਂ ਕਰ ਦਿੱਤਾ। ਤੇ ਉਹ ਤਾਰ ਲਾਉਂਦਿਆਂ ਹੋਇਆਂ ਪਤਾ ਨਹੀਂ ਤੇ ਉਹਦੇ ਕਿਹੜੇ ਢੰਗ ਦੇ ਨਾਲ ਵਿੱਚੋਂ ਲਾਉਂਦਿਆਂ ਹੋਇਆਂ ਜਾਂ ਪੈਰ ਦੇ ਉੱਤੇ ਹੀ, ਪੈਰ ਤੇ ਜ਼ਖਮ ਬਣਿਆ ਹੋਇਆ ਤੇ ਪੈਰ ਦੇ ਉੱਤੇ ਉਹ ਜੋੜ ਵੀ ਸੀਗਾ ਉਹ ਜਿਹੜਾ, ਜਿਹਦੇ ਕਰਕੇ ਜਦੋਂ ਅਸੀਂ ਉਹਦੀ ਚੀਕ ਪਈ ਆ ਖੜਕਾ ਹੋਇਆ ਤੇ ਭੱਜੇ, ਅਸੀਂ ਏਸੀ ਵਿੱਚ ਬੈਠੇ ਸੀ ਅੰਦਰ। ਉਹ ਵਿਛਾਈ ਕਰਨਾ ਸੀ ਵੀ ਮੈਂ ਮੰਜੇ ਪੱਖਾ ਲਾ ਕੇ ਤੇ ਮੰਜੇ ਲਾ ਦੇਣੀ ਇੱਥੇ। ਜਦੋਂ ਇੱਥੇ ਦੇਖਿਆ ਤੇ ਉਦੋਂ ਉਹਦੇ ਵਿੱਚ ਕੁਝ ਨਹੀਂ ਸੀ, ਉਦੋਂ ਉਹਦੇ ਭਰਾ ਨਿਕਲੇ ਹੋਏ ਸੀਗੇ। ਜਿਹੜੇ ਤੁਹਾਡੇ ਤੇ ਰੂਪ ਲੱਗ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਹਰ ਇੱਕ ਬੰਦੇ ਆਪੋ ਆਪਣੀ, ਕੋਈ ਜਿੱਦਾਂ ਮੈਂ ਆਪਣੀ ਸਿਸਟਰ ਬਾਰੇ ਗੱਲ ਕਰਦਾ, ਉਹ ਤੇ ਰੰਜਿਸ਼ ਸਾਡੀ ਵਿਆਹਾਂ ਸ਼ਾਦੀਆਂ ਦੀਆਂ ਸੀਗੀਆਂ, ਕਈ ਗਿਲੇ ਸ਼ਿਕਵੇ ਆ, ਜਿਹਦੇ ਕਰਕੇ ਮੈਂ ਨਹੀਂ ਗਿਆ। ਉਹਨਾਂ ਦੇ ਬੇਟੇ ਦਾ ਸੀਗਾ, ਮੇਰੀ ਬੇਟੀ ਦਾ ਸੀ, ਉਹ ਨਹੀਂ ਆਏ, ਜਿਹਦੇ ਕਰਕੇ ਹੁਣ ਲੋਕਾਂ ਦੇ ਚੱਕੇ ਚਕਾਏ ਕੰਨ ਭਰੇ ਹੋਏ। ਕਦੀ ਵੀ ਪਿੰਡ ਦੇ ਵਿੱਚ ਕਿਸੇ ਇਨਸਾਨ ਦੇ ਨਾਲ ਸਾਰਾ ਪਿੰਡ ਸਹਿਮਤ ਨਹੀਂ ਹੁੰਦਾ, ਕੋਈ ਇੱਕ ਅੱਧੇ ਬੰਦੇ ਪਾਲਟੀਬਾਜ਼ੀ ਕਰਕੇ ਕੋਈ ਨਾ ਕੋਈ ਹੁੰਦੀਆਂ ਗੱਲਾਂ, ਜਿਹਦੇ ਕਰਕੇ ਪਿੰਡ ਵਿੱਚ ਕੋਈ ਇੱਕ ਅੱਧਾ ਬੰਦਾ ਕਹਿ ਸਕਦਾ। ਬਾਕੀ ਮੈਨੂੰ ਇਸ ਗੱਲ ਦਾ ਮਾਣ ਆ, ਪਿੰਡ ਵਿੱਚ ਸਾਰੇ ਬੰਦੇ ਮੇਰੇ ਨਾਲ ਆ, ਮੇਰੇ ਸਹਿਮਤ ਆ, ਮੇਰੇ ਬਾਰੇ ਸਾਰੀ ਦੁਨੀਆ ਜਾਣਦੀ ਆ ਵੀ ਮੈਂ ਕਿੱਦਾਂ ਦਾ ਇਨਸਾਨ ਆ। ਨਿਤਨੇਮੀ ਬੰਦਾ, ਮੈਂ ਖਾਣਾ ਖਾਣ ਲੱਗਾ ਅਰਦਾਸ ਕਰਕੇ ਖਾਣਾ, ਕਿਸੇ ਦਾ ਮੈਂ ਕਿ ਆਪਣੇ ਧੀ ਪੁੱਤ ਦੀ ਗੱਲ ਵੱਖਰੀ, ਮੈਂ ਕਿਸੇ ਦੇ ਨੂੰ ਕਦੀ ਹੱਥ ਨਹੀਂ ਲਾ ਸਕਦਾ। ਨਹੀਂ, ਤੁਹਾਡੇ ਤੇ ਨਹੀਂ ਰੂਪ ਲੱਗਦਾ, ਤੁਹਾਡੀ ਘਰ ਵਾਲੀ ਤੇ ਰੂਪ ਲੱਗਦਾ। ਉਹ ਵੀ ਮੇਰਾ ਰੂਪ ਹੀ ਆ, ਜਿੱਦਾਂ ਮੈਂ ਕਰ ਰਿਹਾ ਇਦਾਂ ਹੀ ਸੇਮ ਜਿੱਦਾਂ ਮਤਲਬ ਬਿਲਕੁਲ ਨਹੀਂ। ਮੈਨੂੰ ਆਪ ਨੂੰ ਪਤਾ ਆ ਵੀ ਮੇਰੀ ਵਾਈਫ ਕਿੱਦਾਂ ਦੀ ਆ। ਸਰ ਪੱਖਾ ਲਾਉਣ ਲੱਗੀ ਸੀ। ਹਾਂਜੀ। ਤੇ ਆ ਕਹਿੰਦੀ ਮੈਂ ਵੀਰੇ ਇੱਥੇ ਚੱਲ ਸੌਂ ਜਾਣਗੇ, ਆਪਾਂ ਅੰਦਰ ਸੌਂ ਚੱਲਦੇ ਆ, ਮੈਂ ਵੀਰੇ ਨੂੰ ਪੱਖਾ ਲਾ ਕੇ ਦੇ ਦਾਂ। ਤੇ ਪੱਖਾ ਲਾਉਣ ਲੱਗੀ ਆ ਤੇ ਉਹ ਕਿਤੇ ਤਾਰ ਨੰਗੀ ਸੀ ਪੱਖੇ ਦੀ ਤੇ ਉਹ ਪੈਰ ਨੂੰ ਕਿਤੇ ਲੱਗ ਗਈ। ਤੇ ਜਦੋਂ ਚੀਕ ਸੁਣੀ ਅਸੀਂ ਭੱਜ ਕੇ ਆਏ ਆ ਦਵਾ ਦਵ, ਤੇ ਤਲੀਆਂ ਤੁਲੀਆਂ ਝੱਸੀਆਂ ਵਾ। ਤੇ ਤੁਹਾਡੀ ਦੂਜੀ ਮੈਰਿਜ ਸਰ, ਮੈਂ ਬੱਚਿਆਂ ਦੀ ਦੇਖ ਰੇਖ ਕਰਦੀ। ਬੱਚਿਆਂ ਦਾ ਬਿਹੇਵ ਜਿਹੜਾ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬੱਚਿਆਂ ਦੇ ਬਹੁਤ ਵਧੀਆ। ਤੁਹਾਡੇ ਤੇ ਆਰੋਪ ਲੱਗ ਰਿਹਾ ਹੈ ਕਿ ਜਿਹੜੀ ਬੱਚੀ ਦੀ ਉਹਦਾ ਕਤਲ ਹੋਇਆ ਸਰ। ਇਹ ਤੇ ਜਿੰਨੇ ਮੂੰਹ ਉਹਨੀਆਂ ਗੱਲਾਂ। ਕੀ ਕਹਿਣਾ ਚਾਹੁੰਦੇ ਇਸ ਬਾਰੇ? ਇਹ ਤੁਹਾਡੇ ਆਰੋਪ ਲੱਗ ਰਹੇ ਆ ਕਿ ਤੁਸੀਂ ਬੱਚੀ ਦਾ ਕਤਲ ਕੀਤਾ? ਨਾ ਸਰ।
ਫਿਲਹਾਲ ਇਹ ਕਤਲ ਹੈ ਜਾਂ ਫਿਰ ਮੌਤ, ਇਸ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਬਿਲਕੁਲ ਸੱਚ। ਜੋਤਿਸ਼ ਇੱਕ ਵਿਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26004।